Good morning, students. I hope you all are doing well. And today I am going to start our 7th chapter, which is voucher. ਅੱਜ ਦੇ ਇਸ ਚੈਪਟਰ ਦੇ ਵਿੱਚ ਡਿਸਕਸ਼ਨ ਹੋਏਗੀ ਵਾਊਚਰ ਦੇ ਬਾਰੇ। ਵਾਊਚਰ ਜਿਹੜਾ ਇੱਕ ਤਰ੍ਹਾਂ ਦਾ ਸਾਡੇ ਕੋਲੇ ਡਾਕੂਮੈਂਟ ਹੁੰਦਾ ਹੈ ਜਿਹਨੂੰ ਅਸੀਂ ਆਧਾਰ ਪੱਤਰ ਵੀ ਬੋਲਦੇ ਹਾਂ। ਠੀਕ ਹੈ, ਬਹੁਤ ਸਾਰੇ ਬੈਂਕਿੰਗ ਜਿਹੜੇ ਸਿਸਟਮਸ ਨੇ ਜਾਂ ਜਦੋਂ ਵੀ ਕੋਈ ਬੈਂਕ ਦੀ ਟ੍ਰਾਂਜੈਕਸ਼ਨ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਵਾਊਚਰ ਆ ਜਿਹੜਾ ਇੱਕ ਸਬੂਤ ਦਾ ਕੰਮ ਕਰਦਾ। ਠੀਕ ਹੈ, ਮੀਨਿੰਗ ਦੇ ਵਿੱਚ ਦੇਖੋ ਕਿ ਵਾਊਚਰ ਆ ਜਿਹੜਾ ਉਹ ਇੱਕ ਤਰ੍ਹਾਂ ਦਾ ਐਵੀਡੈਂਸ ਆ। ਠੀਕ ਹੈ, ਡਾਕੂਮੈਂਟ ਆ ਜਿਹਨੂੰ ਅਸੀਂ ਐਜ਼ ਅ ਐਵੀਡੈਂਸ ਵਰਤ ਸਕਦੇ ਹਾਂ ਕਿਸੇ ਵੀ ਟ੍ਰਾਂਜੈਕਸ਼ਨ ਦੇ ਲਈ। ਵਾਊਚਰ ਦੇ ਵਿੱਚ ਸਾਨੂੰ ਪੂਰਾ ਪਤਾ ਚੱਲ ਜਾਂਦਾ ਕਿ ਕਿਹੜੀ ਤਰੀਕ ਨੂੰ ਪੈਸੇ ਕਢਵਾਏ ਗਏ ਆ ਜਾਂ ਕਿਹੜੀ ਤਰੀਕ ਨੂੰ ਪੈਸੇ ਜਮ੍ਹਾਂ ਕਰਵਾਏ ਗਏ ਨੇ। ਤਾਂ ਇਹ ਇੱਕ ਤਰ੍ਹਾਂ ਦਾ ਸਾਡੇ ਕੋਲ ਇੱਕ ਡਾਕੂਮੈਂਟ ਆ, ਸੋਰਸ ਡਾਕੂਮੈਂਟ ਆ, ਜ਼ਰੀਆ ਜਿਹਦੇ ਦੁਆਰਾ ਬੁੱਕਸ ਦੇ ਵਿੱਚ ਰਿਕਾਰਡਿੰਗ ਕੀਤੀ ਜਾਂਦੀ ਹੈ ਹਰ ਇੱਕ ਟ੍ਰਾਂਜੈਕਸ਼ਨ ਦੀ। ਵਾਊਚਰ ਜਿਹੜਾ ਉਹ ਇੱਕ ਤਰ੍ਹਾਂ ਦੀ ਸਲਿੱਪ ਵੀ ਕਹਿ ਸਕਦੇ ਹਾਂ। ਠੀਕ ਹੈ, ਇੱਕ ਛੋਟਾ ਜਿਹਾ ਡਾਕੂਮੈਂਟ ਵੀ ਹੁੰਦਾ ਹੈ ਜੋ ਕਿ ਟ੍ਰਾਂਜੈਕਸ਼ਨ ਨੂੰ ਕਰਨ ਦਾ ਸਬੂਤ ਹੁੰਦਾ ਹੈ। ਇਹ ਦੱਸਿਆ ਜਾਂਦਾ ਵੀ ਅਸਲ ਅਮਾਊਂਟ ਹੈ ਜਿਹੜੀ ਉਹ ਕਿੰਨੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰਾਂਸਫਰ ਹੋਈ ਹੈ। ਠੀਕ ਹੈ, ਇਹਦੀਆਂ ਡੈਫੀਨੇਸ਼ਨਸ ਨੇ ਕੁਛ, ਜਿਵੇਂ ਫਸਟ ਹੈ ਜੇ ਡੈਫੀਨੇਸ਼ਨਸ ਨੇ ਸਾਡੇ ਕੋਲ, ਇਹਨਾਂ ਵਿੱਚੋਂ ਕੋਈ ਵੀ ਇੱਕ ਡੈਫੀਨੇਸ਼ਨ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ। ਜਿਵੇਂ ਫਸਟ ਹੀ ਦੇਖ ਲਓ ਜਿਹਦੇ ਵਿੱਚ ਦੱਸਿਆ ਹੋਇਆ ਕਿ ਵਾਊਚਰ ਹੈ ਜਿਹੜਾ, ਠੀਕ ਹੈ, ਇੱਕ ਤਰ੍ਹਾਂ ਦਾ ਡਾਕੂਮੈਂਟਰੀ ਐਵੀਡੈਂਸ ਆ, ਡਾਕੂਮੈਂਟਰੀ ਸਬੂਤ ਆ ਜਿਹੜਾ ਕਿ ਇੱਕ ਪਰਸਨ ਦੁਆਰਾ, ਇੱਕ ਬਿਜ਼ਨਸਮੈਨ ਦੇ ਦੁਆਰਾ ਰੱਖਿਆ ਜਾਂਦਾ। ਕਿਸ ਚੀਜ਼ ਦੇ ਲਈ? ਇੱਕ ਐਂਟਰੀ ਨੂੰ ਸਪੋਰਟ ਦੇਣ ਦੇ ਲਈ, ਇਹ ਦੱਸਣ ਦੇ ਲਈ ਕਿ ਉਹ ਅਕਾਊਂਟ ਦੀਆਂ ਬੁੱਕਸ ਦੇ ਵਿੱਚ ਅਪੀਅਰ ਕਰਨ ਦੇ ਲਈ ਪੂਰੀ ਤਰ੍ਹਾਂ ਰੈਡੀ ਨੇ, ਕਿ ਉਹਨਾਂ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਸ਼ਾਮਿਲ ਆ ਉਹ ਪੂਰੀ ਤਰ੍ਹਾਂ ਸਹੀ ਆ। ਠੀਕ ਹੈ, ਉਹਦਾ ਪੂਰਾ ਰਿਟਨ ਸਬੂਤ ਆ ਜਿਹੜਾ ਉਹ ਇੱਕ ਵਾਊਚਰ ਦੇ ਵਿੱਚ ਲਿਖਿਆ ਹੁੰਦਾ। ਸੈਕਿੰਡ ਨੇ ਸਾਡੇ ਕੋਲ ਕਰੈਕਟਰਸ ਨੂੰ ਅਸੀਂ ਸਿੰਪਲੀ ਰੂਪ ਦੇ ਵਿੱਚ ਵਿਸ਼ੇਸ਼ਤਾਵਾਂ ਕਹਿ ਦਿੰਦੇ ਹਾਂ। ਠੀਕ ਹੈ, ਵੀ ਅਗਰ ਇੱਕ ਕੋਈ ਵਾਊਚਰ ਬਣਾਇਆ ਜਾਂਦਾ ਤਾਂ ਉਹਦਾ ਕੀ ਫਾਇਦਾ ਹੈ, ਸਾਨੂੰ ਉਹਦੀਆਂ ਵਿਸ਼ੇਸ਼ਤਾਵਾਂ ਕੀ ਨੇ। ਠੀਕ ਹੈ, ਪਹਿਲਾਂ ਤਾਂ ਇਹ ਇੱਕ ਲਿਖਤੀ ਡਾਕੂਮੈਂਟ ਆ, ਰਿਟਨ ਡਾਕੂਮੈਂਟ ਆ। ਠੀਕ ਹੈ, ਡਾਕੂਮੈਂਟਸ ਨੂੰ ਅਸੀਂ ਦਸਤਾਵੇਜ਼ ਬੋਲਦੇ ਹਾਂ ਕਿ ਪ੍ਰੋਪਰਲੀ ਇਹ ਰਿਟਨ ਰੂਪ ਦੇ ਵਿੱਚ ਹੁੰਦਾ ਤਾਂ ਇਹਦਾ ਹਰ ਇੱਕ ਜੋ ਵੀ ਐਂਟਰੀ ਹੁੰਦੀ ਹੈ ਜਾਂ ਇੱਕ ਸਬੂਤ ਹੁੰਦਾ ਸਾਡੇ ਕੋਲ, ਜੋ ਅਸੀਂ ਕਦੀ ਵੀ ਕਿਸੇ ਵੀ ਜਗ੍ਹਾ 'ਤੇ ਪ੍ਰੂਫ ਦੇ ਸਬੂਤ ਦੇ ਤੌਰ 'ਤੇ ਵਰਤ ਸਕਦੇ ਹਾਂ। ਇਹਨੂੰ ਅਸੀਂ ਪ੍ਰੂਫ ਵਜੋਂ ਵਰਤ ਸਕਦੇ ਹਾਂ। ਠੀਕ ਹੈ, ਕਿਉਂਕਿ ਇਹਦੇ ਵਿੱਚ ਇਹ ਦੱਸਿਆ ਹੁੰਦਾ ਕਿ ਕਿਹੜੀ ਤਰੀਕ ਨੂੰ ਕਿਹੜੇ ਟਾਈਮ ਕੋਈ ਵੀ ਜਿਹੜਾ ਪੈਸੇ ਦਾ ਲੈਣ ਦੇਣ ਆ ਉਹ ਕਰਿਆ ਗਿਆ ਹੋਏਗਾ। ਠੀਕ ਹੈ, ਇਹ ਕੰਟੇਨ ਕਰਦਾ ਪੂਰੀ ਇਨਫੋਰਮੇਸ਼ਨ। ਠੀਕ ਹੈ, ਕਿਸੇ ਵੀ ਟ੍ਰਾਂਜੈਕਸ਼ਨ ਦੀ। ਹੁਣ ਜੇ ਕੋਈ ਪਰਸਨ ਪੈਸੇ ਕਢਾਉਣ ਜਾਊਗਾ ਜਾਂ ਜਮ੍ਹਾਂ ਕਰਵਾਉਣ ਜਾਊਗਾ, ਉਹਦੇ ਵਿੱਚ ਉਹਦੇ ਅਕਾਊਂਟਸ ਦੀ ਡਿਟੇਲ, ਠੀਕ ਹੈ, ਉਹ ਪਰਸਨ ਦੇ ਸਾਈਨ ਔਰ ਉਹਦਾ ਜੋ ਵੀ ਉਹਦੇ ਬ੍ਰਾਂਚ ਨੇਮ ਹੋਊਗਾ ਸਾਰਾ ਕੁਛ ਉਹਦਾ ਲਿਖਿਆ ਹੋਊਗਾ। ਤਾਂ ਇਹਦੇ ਵਿੱਚ ਇੱਕ ਵਾਊਚਰ ਦੇ ਵਿੱਚ ਪੂਰੀ ਡਿਟੇਲ ਆ ਜਿਹੜੀ ਸ਼ਾਮਿਲ ਹੁੰਦੀ ਹੈ। ਇਹਦੇ ਵਿੱਚ ਲੈਣ ਦੇਣ ਦਾ ਪੂਰਾ ਜਿਹੜਾ ਵਿਸਤਾਰ ਰੂਪ ਦੇ ਵਿੱਚ ਡਿਟੇਲ ਆ ਜਿਹੜੀ ਉਹ ਕੰਮ ਦੀ ਦਿੱਤੀ ਹੁੰਦੀ ਹੈ। ਨੈਕਸਟ ਹੈ ਸਾਡੇ ਕੋਲ ਇਹ ਜਿਹੜਾ ਇੱਕ ਵਾਊਚਰ ਹੋਏਗਾ, ਇੱਕ ਬੁੱਕਸ ਆਫ ਅਕਾਊਂਟ ਦੇ ਵਿੱਚ ਜਿਹੜੀਆਂ ਵੀ ਐਂਟਰੀਆਂ ਅਸੀਂ ਲਿਖਦੇ ਹਾਂ ਉਹਨਾਂ ਨੂੰ ਸਹਾਇਤਾ ਕਰਦਾ, ਸਪੋਰਟ ਦਿੰਦਾ ਹੈ। ਵਾਊਚਰ ਦੀ ਹੈਲਪ ਦੇ ਨਾਲ ਅਸੀਂ ਚੈੱਕ ਕਰ ਸਕਦੇ ਹਾਂ ਕਿ ਜੋ ਐਂਟਰੀ ਅਸੀਂ ਲਿਖੀ ਆ ਉਹ ਸਹੀ ਹੈ ਜਾਂ ਗਲਤ ਆ। ਨੈਕਸਟ ਹੈ ਸਾਡੇ ਕੋਲ ਇਹ ਸਾਨੂੰ ਇੱਕ ਜਿਹੜੇ ਇਹ ਨੇ, ਠੀਕ ਹੈ, ਵਾਊਚਰਸ ਨੇ, ਇਹ ਸਾਨੂੰ ਇੱਕ ਬੁੱਕ ਆ ਜਿਹੜੀ ਸਾਡੇ ਕੋਲ ਉਹਦੇ ਸਹੀ ਹੋਣ ਦੀ ਕਹਿ ਸਕਦੇ ਹਾਂ ਕਿ ਸਬੂਤ ਦਿੰਦੇ ਆ, ਐਕੂਰੇਸੀ ਹੋਣ ਦੀ ਸਬੂਤ ਦੱਸਦੇ ਆ ਕਿ ਹਾਂ ਜੋ ਗਵਾਹੀ ਦਿੰਦੇ ਆ। ਠੀਕ ਹੈ, ਕਿ ਸਾਡੀ ਜਿਹੜੀ ਵਾਊਚਰ ਦੀ ਐਂਟਰੀ ਆ ਜਾਂ ਬੁੱਕਸ ਆਫ ਅਕਾਊਂਟਸ ਦੇ ਵਿੱਚ ਜੋ ਟ੍ਰਾਂਜੈਕਸ਼ਨਸ ਨੇ ਉਹ ਸਹੀ ਆ। ਠੀਕ ਹੈ, ਸਹੀ ਔਰ ਗਲਤ ਹੋਣ ਦੇ ਵਿੱਚ ਇਹ ਆਪਣਾ ਜਿਹੜਾ ਰੋਲ ਆ ਬਹੁਤ ਵਧੀਆ ਤਰੀਕੇ ਨਾਲ ਪਲੇ ਕਰਦੇ ਆ। ਕਿਉਂਕਿ ਵਾਊਚਰ ਦੇ ਵਿੱਚ ਜੋ ਵੀ ਵੈਲਿਊਜ਼ ਨੇ ਉਹ ਸਾਨੂੰ ਰਿਟਨ ਦੇ ਵਿੱਚ ਪ੍ਰੂਫ ਦੇ ਰੂਪ ਵਿੱਚ ਪਈਆਂ ਨੇ। ਠੀਕ ਹੈ, ਨੈਕਸਟ ਹੈ ਸਾਡੇ ਕੋਲ ਟਾਈਪਸ। ਫਸਟ ਹੋ ਗਿਆ ਆਪਣਾ ਮੀਨਿੰਗ, ਦੈਨ ਹੋ ਗਈਆਂ ਕਰੈਕਟਰਿਸਟਿਕਸ। ਠੀਕ ਹੈ, ਹੁਣ ਇਸ ਤੋਂ ਬਾਅਦ ਹੈ ਸਾਡੇ ਕੋਲ ਟਾਈਪਸ। ਵਾਊਚਰ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ। ਠੀਕ ਹੈ, ਫਸਟ ਆਫ ਆਲ ਦੇਖਦੇ ਹਾਂ ਕਿ ਦੋ ਮੇਨ ਵਾਊਚਰਸ ਹੁੰਦੇ ਆ ਅਕਾਊਂਟਸ ਦੇ ਵਿੱਚ। ਪਹਿਲਾ ਤਾਂ ਹੁੰਦਾ ਸੋਰਸ ਵਾਊਚਰ ਜਿਹਨੂੰ ਅਸੀਂ ਸਰੋਤ ਵਾਊਚਰ ਬੋਲਦੇ ਹਾਂ। ਠੀਕ ਹੈ, ਫਿਰ ਹੁੰਦਾ ਅਕਾਊਂਟਿੰਗ ਵਾਊਚਰ, ਲੇਖਾ ਵਾਊਚਰ। ਠੀਕ ਹੈ, ਹੁਣ ਜਿਹੜਾ ਸੋਰਸ ਵਾਊਚਰ ਹੁੰਦਾ ਉਹਦੇ ਅੱਗੇ ਦੋ ਸਬ ਪਾਰਟਸ ਨੇ ਅਤੇ ਜਿਹੜਾ ਅਕਾਊਂਟਿੰਗ ਵਾਊਚਰ ਆ ਉਹਦੇ ਵੀ ਅੱਗੇ ਸਬ ਪਾਰਟ ਨੇ। ਹੁਣ ਜਿਹੜਾ ਸੋਰਸ ਵਾਊਚਰ ਹੋਊਗਾ ਉਹਦੇ ਵਿੱਚ ਦੋ ਹੋਣਗੇ, ਇੱਕ ਤਾਂ ਹੋਏਗਾ ਐਕਸਟਰਨਲ ਸੋਰਸ ਵਾਊਚਰ, ਇੱਕ ਹੋਏਗਾ ਇੰਟਰਨਲ। ਜਿਹੜਾ ਐਕਸਟਰਨਲ ਹੋਏਗਾ ਇਹ ਬਾਹਰੀ ਤੌਰ 'ਤੇ ਵਰਤਿਆ ਜਾਏਗਾ, ਯਾਨੀ ਕਿ ਇਹਨੂੰ ਬਾਹਰ ਦੇ ਵਿੱਚ ਜਦੋਂ ਕੋਈ ਲੈਣ ਦੇਣ ਕੀਤਾ ਜਾਂਦਾ, ਕੋਈ ਥਰਡ ਪਾਰਟੀ ਦੇ ਨਾਲ ਲੈਣ ਦੇਣ ਕੀਤਾ ਜਾਂਦਾ, ਠੀਕ ਹੈ, ਕੰਪਨੀ ਤੋਂ ਬਾਹਰ ਕਹਿਣ ਦਾ ਮੀਨ, ਠੀਕ ਹੈ, ਤਾਂ ਉਦੋਂ ਇਹਨੂੰ ਵਰਤਿਆ ਜਾਂਦਾ।
ਅੰਦਰੂਨੀ ਸੋਰਸ ਵਾਊਚਰ ਹੋਊਗਾ, ਉਹਨੂੰ ਕੰਪਨੀ ਦੇ ਵਿੱਚ ਹੀ ਜਿਹੜੀਆਂ ਟ੍ਰਾਂਜੈਕਸ਼ਨਸ ਕਰੀਆਂ ਜਾਣਗੀਆਂ ਉਹਨਾਂ ਨੂੰ ਰਿਕਾਰਡ ਕਰਨ ਦੇ ਲਈ ਵਰਤਿਆ ਜਾਊਗਾ। ਕਿ ਜੇ ਕੋਈ ਕੰਪਨੀ ਦਾ ਕੋਈ ਕਹਿ ਦਈਏ EMPLOYE ਆ ਜਾਂ ਕੋਈ ਕੰਪਨੀ ਦਾ ਮੇਨ ਪਰਸਨ ਆ, ਕੋਈ ਲੈਣ ਦੇਣ ਕਰ ਰਿਹਾ, ਤਾਂ ਉਹ ਅਗਰ ਪੈਸੇ ਜਿਹੜੇ ਕਢਾਏਗਾ ਜਾਂ ਜਮ੍ਹਾਂ ਕਰਾਏਗਾ ਤਾਂ ਉਹ ਇੰਟਰਨਲ ਸੋਰਸ ਵਾਊਚਰ ਦੇ ਨਾਲ ਪਰ ਕਢਵਾਏਗਾ ਜਾਂ ਜਮ੍ਹਾਂ ਕਰਾਏਗਾ, ਐਕਸਟਰਨਲ ਨਹੀਂ ਯੂਜ਼ ਕਰੂਗਾ। ਠੀਕ ਹੈ। ਨੈਕਸਟ ਹੈ ਸਾਡੇ ਕੋਲੇ ਕੈਸ਼ ਵਾਊਚਰ। ਕੈਸ਼ ਵਾਊਚਰ ਕੀ ਹੁੰਦਾ? ਨਗਦੀ ਦਾ ਮਤਲਬ ਹੁੰਦਾ ਕਿ ਅਸੀਂ ਕੈਸ਼ ਦੇ ਰੂਪ ਦੇ ਵਿੱਚ ਕੋਈ ਵੀ ਪੈਸਾ ਜਿਹੜਾ ਉਹ ਦੇ ਰਹੇ ਹਾਂ। ਦੂਸਰਾ ਹੁੰਦਾ ਹੈ ਨੌਨ ਕੈਸ਼, ਗੈਰ ਨਗਦੀ ਵਾਊਚਰ, ਜਿਹਦੇ ਵਿੱਚ ਪੈਸਾ ਨਹੀਂ ਦਿੱਤਾ ਜਾਂਦਾ। ਠੀਕ ਹੈ। ਜਾਂ ਤਾਂ ਵੈਲਿਊ ਜਿਹੜੀ ਉਹ ਕ੍ਰੈਡਿਟ ਦੇ ਜ਼ਰੀਏ ਦਿੱਤੀ ਜਾ ਸਕਦੀ ਹੈ। ਠੀਕ ਹੈ। ਨਗਦੀ ਨਹੀਂ ਹੁੰਦੀ, ਸਿਰਫ ਉਹ ਇੱਕ ਅਮਾਊਂਟ ਦੱਸੀ ਜਾਂਦੀ ਵੀ ਇੰਨੇ ਜਿਹੜੇ ਪੈਸੇ ਅਸੀਂ ਟ੍ਰਾਂਸਫਰ ਕਰ ਰਹੇ ਹਾਂ। ਠੀਕ ਹੈ। ਜਾਂ ਕੋਈ ਮਟੀਰੀਅਲ ਇਨਫੋਰਮੇਸ਼ਨ ਟ੍ਰਾਂਸਫਰ ਹੋ ਜਾਂਦੀ ਹੈ, ਬਟ ਕੈਸ਼ ਨਹੀਂ ਹੈ। ਠੀਕ ਹੈ। ਡੈਬਿਟ ਵਾਊਚਰ, ਇਹਦੇ ਅੱਗੇ ਪੁਆਇੰਟਸ ਨੇ। ਕੈਸ਼ ਦੇ ਵਿੱਚ ਵੀ ਜਾਂ ਤਾਂ ਡੈਬਿਟ ਵਾਊਚਰ ਹੁੰਦਾ ਜਾਂ ਕ੍ਰੈਡਿਟ। ਡੈਬਿਟ ਔਰ ਕ੍ਰੈਡਿਟ ਦੋਨੋਂ ਵਾਊਚਰਸ ਆ ਜਿਹੜੇ ਉਹ ਕੈਸ਼ ਦੇ ਨਾਲ ਡੀਲ ਕਰਦੇ ਆ। ਆਪਾਂ ਨੈਕਸਟ ਡਿਟੇਲ ਦੇ ਵਿੱਚ ਦੇਖਦੇ ਹਾਂ ਸੋਰਸ ਵਾਊਚਰ। ਫਸਟ ਪੁਆਇੰਟ ਆ ਜੋ ਸਾਡਾ, ਠੀਕ ਹੈ, ਟਾਈਪ। ਜੋ ਸੋਰਸ ਵਾਊਚਰ ਆ ਉਹ ਇੱਕ ਤਰ੍ਹਾਂ ਦਾ ਡਾਕੂਮੈਂਟ ਆ। ਠੀਕ ਹੈ। ਇਹ ਉਦੋਂ ਬਣਾਇਆ ਜਾਂਦਾ, ਉਹਨੂੰ ਉਦੋਂ ਕ੍ਰੀਏਟ ਕੀਤਾ ਜਾਂਦਾ ਜਦੋਂ ਕੋਈ ਵੀ ਜਿਹੜੀ ਲੈਣ ਦੇਣ ਆ ਜਾਂ ਕੋਈ ਵੀ ਟ੍ਰਾਂਜੈਕਸ਼ਨ ਆ ਜਿਹੜੀ ਉਹ ਕੀਤੀ ਜਾਂਦੀ ਹੈ। ਠੀਕ ਹੈ। ਸੋਰਸ ਵਾਊਚਰ ਨੂੰ ਅਸੀਂ ਸਪੋਰਟਿੰਗ ਵਾਊਚਰ ਵੀ ਬੋਲਦੇ ਹਾਂ। ਠੀਕ ਹੈ। ਇਹਨੂੰ ਅੱਗੇ ਦੋ ਕੈਟਾਗਰੀਜ਼ ਆਪਾਂ ਦੇਖਿਆ ਹੈ, ਜਿਵੇਂ ਪਹਿਲਾ ਸੀਗਾ ਐਕਸਟਰਨਲ, ਦੂਸਰਾ ਸੀਗਾ ਇੰਟਰਨਲ। ਹੁਣ ਐਕਸਟਰਨਲ ਦੇ ਵਿੱਚ ਕੀ ਹੋਊਗਾ ਕਿ ਇਹ ਕਿਸੇ ਥਰਡ ਪਾਰਟੀ ਨੂੰ ਦੇਣ ਦੇ ਲਈ ਬਣਾਇਆ ਜਾਏਗਾ, ਜਿਹਦੇ ਵਿੱਚ ਇੱਕ ਜਿਹੜਾ ਪਰਸਨ ਹੋਏਗਾ ਵਾਊਚਰ ਪ੍ਰਪੇਅਰ ਕਰੇਗਾ ਕਿ ਇਸ ਪਰਸਨ ਨੂੰ ਦੇਣ ਦੇ ਲਈ ਇੱਕ ਤੀਸਰੇ ਇਨਸਾਨ ਨੂੰ। ਦੋ ਜਣਿਆਂ ਦੇ ਵਿੱਚ ਲੈਣ ਦੇਣ ਹੋਏਗੀ, ਬਟ ਤੀਸਰੀ ਪਾਰਟੀ ਹੈ ਜਿਹੜੀ ਉਹਨੇ ਇੱਕ ਡਾਕੂਮੈਂਟਸ ਆ ਜਿਹੜਾ ਉਹ ਬਣਾ ਕੇ ਦਿੱਤਾ ਜਾਊਗਾ ਐਜ਼ ਅ ਸੋਰਸ ਵਾਊਚਰ। ਠੀਕ ਹੈ। ਉਹਦੇ ਵਿੱਚ ਪਹਿਲਾ ਹੋਊਗਾ ਸਾਡੇ ਕੋਲੇ ਸੋਰਸ ਵਾਊਚਰ ਦੇ ਵਿੱਚ ਜਿਹੜਾ ਐਕਸਟਰਨਲ ਹੋਊਗਾ ਉਹ ਹੋਏਗਾ ਕੈਸ਼ ਮੈਮੋ, ਨਗਦੀ ਬਿੱਲ। ਠੀਕ ਹੈ। ਕਿਸੇ ਨੇ ਸੇਲ ਪਰਚੇਜ਼ ਕੀਤੀ ਆ, ਉਹ ਨਗਦ ਰੂਪ ਦੇ ਵਿੱਚ ਕੀਤੀ ਹੈ, ਜਿਵੇਂ ਖੜੇ ਕਿਸੇ ਨੇ ਸੇਲ ਪਰਚੇਜ਼ ਕਰ ਲਈ ਤਾਂ ਉਹਨੂੰ ਉਸੇ ਟਾਈਮ ਹੀ ਇੱਕ ਨਗਦੀ ਬਿੱਲ ਆ ਜਿਹੜਾ ਬਣਾ ਕੇ ਦਿੱਤਾ ਜਾਂਦਾ ਹੈ। ਔਰ ਇਹ ਜ਼ਿਆਦਾਤਰ ਜਿਹੜਾ ਸੇਲ ਕਰ ਰਿਹਾ ਹੁੰਦਾ ਵਿਕਰੇਤਾ, ਜਿਹਨੂੰ ਅਸੀਂ ਸੈਲਰ ਕਹਿ ਦਿੰਦੇ ਹਾਂ, ਉਹ ਬਣਾ ਕੇ ਦਿੰਦਾ ਹੈ। ਠੀਕ ਹੈ। ਉਹਦੇ ਵਿੱਚ ਇਹ ਦੱਸਿਆ ਹੁੰਦਾ ਵੀ ਕਿਹੜੀ ਤਰੀਕ ਨੂੰ ਉਹਨਾਂ ਨੇ ਸਮਾਨ ਖਰੀਦਿਆ, ਕਿਹੜੀ ਕਿਸਮ ਦਾ ਕਹਿ ਸਕਦੇ ਹਾਂ ਨੇਚਰ ਦਾ ਸਮਾਨ ਖਰੀਦਿਆ। ਠੀਕ ਹੈ। ਵੀ ਕਿਹੜਾ ਸਮਾਨ ਆ ਉਹ ਲਿਖਿਆ ਹੋ ਸਕਦਾ, ਅਤੇ ਸਮਾਨ ਦੀ ਕਿਸ਼ਤ ਕਿੰਨੀ ਆ ਅਗਰ ਇੰਸਟਾਲਮੈਂਟਸ 'ਤੇ ਲੈ ਰਹੇ ਹਾਂ। ਠੀਕ ਹੈ। ਕਿੰਨੀ ਕੀਮਤ 'ਤੇ ਸਾਰੀ ਜਾਣਕਾਰੀ ਹੈ ਜਿਹੜੀ ਲਿਖੀ ਹੁੰਦੀ ਆ। ਅਤੇ ਉਹ ਸਾਰਾ ਕੁਛ ਜਿਹੜਾ ਇੱਕ ਪਰਸਨ ਹੁੰਦਾ ਹੈ ਉਹ ਆਪਣੀ ਵਹੀ ਖਾਤਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਬੁੱਕ ਆਫ ਅਕਾਊਂਟਸ ਹੋਣਗੀਆਂ ਉਹਦੇ ਵਿੱਚ ਰਿਕਾਰਡ ਕਰੇਗਾ। ਠੀਕ ਹੈ। ਸਾਰੀਆਂ ਵੈਲਿਊਜ਼ ਨੂੰ। ਤਾਂ ਕੈਸ਼ ਮੈਮੋ ਜਿਹੜਾ ਇੱਕ ਸਪਲਾਇਰ ਜਿਹੜਾ ਇੱਕ ਸੇਲ ਕਰ ਰਿਹਾ ਹੁੰਦਾ ਉਹਦੇ ਦੁਆਰਾ ਪ੍ਰਪੇਅਰ ਕੀਤਾ ਜਾਂਦਾ ਹੈ ਬਿਜ਼ਨਸ ਦੇ ਵਿੱਚ। ਠੀਕ ਹੈ। ਨੈਕਸਟ ਹੈ ਸਾਡੇ ਕੋਲੇ ਇਸ ਤਰ੍ਹਾਂ ਦੇ ਹੋਣਗੇ ਕੈਸ਼ ਜਿਹੜੇ ਹੋਣਗੇ ਮੈਮੋ। ਠੀਕ ਹੈ। ਜਾਂ ਜਿਹਨੂੰ ਅਸੀਂ ਨਕਦੀ ਬਿੱਲ ਬੋਲਦੇ ਹਾਂ। ਇਹਦੇ ਵਿੱਚ ਇੱਕ ਪਰਸਨ ਦਾ ਨਾਮ ਵਗੈਰਾ ਤਾਂ ਲਿਖਿਆ ਹੀ ਹੋਏਗਾ, ਕੰਪਨੀ ਦਾ ਨਾਮ ਲਿਖਿਆ ਹੋਏਗਾ। ਠੀਕ ਹੈ। ਸਾਰਾ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਦਾ ਐਡਰੈਸ ਵਗੈਰਾ ਲਿਖਿਆ ਹੋਏਗਾ, ਪ੍ਰੋਪਰ ਇਨਫੋਰਮੇਸ਼ਨ ਲਿਖੀ ਹੋਏਗੀ। ਹੁਣ ਅਸਲ ਦੇ ਵਿੱਚ ਵੈਲਿਊਜ਼ ਨੂੰ ਕਾਊਂਟ ਕਰਨ ਦਾ ਤਰੀਕਾ, ਫਸਟ ਆਫ ਆਲ ਜਿਵੇਂ ਰੇਟ ਲਿਖਤਾ, ਤਰੀਕ ਤਾਂ ਲਿਖੀ ਹੈ, ਰੇਟ ਲਿਖਤਾ, ਕਿੰਨੀ ਰੇਟ ਦਾ ਸਮਾਨ ਆ, ਅਤੇ ਅਮਾਊਂਟ ਵੀ 1000 ਇੱਕ ਸਮਾਨ ਦੀ ਵੈਲਿਊ ਆ। ਠੀਕ ਹੈ। ਅਤੇ ਜੇ ਡਰੈਸਿਸ ਲਈਆਂ 20 ਡਰੈਸਿਸ ਲੇਡੀਜ਼ ਸੂਟਸ ਨੇ 20 ਦਾ, ਫਿਰ 1000 ਦੇ ਹਿਸਾਬ ਨਾਲ ਦੇਖੀਏ ਤਾਂ 20 ਦੀ ਵੈਲਿਊ 20000। ਦੈਨ ਲੇਡੀਜ਼ ਸੂਟ ਨੇ ਇੱਕ ਦੀ ਵੈਲਿਊ 900 ਆ। ਠੀਕ ਹੈ। ਪਰ ਕਸਟਮਰ ਨੇ ਕਿੰਨੀਆਂ ਪਰਚੇਜ਼ ਕੀਤੀਆਂ ਨੇ? 8 ਕੀਤੀਆਂ। ਤਾਂ ਜਦੋਂ ਇੱਕ ਦੀ ਵੈਲਿਊ 900 ਆ ਤਾਂ 8 ਦੀ ਕੀਮਤ ਕਿੰਨੀ ਹੋ ਗਈ? 7200। ਫਿਰ ਹੈਗੇ ਆ ਸਾਡੇ ਕੋਲੇ ਲੇਡੀਜ਼ ਸ਼ਾਲ ਜਿਹੜੇ 10 ਪਰਚੇਜ਼ ਕੀਤੇ ਗਏ ਆ, ਪਰ ਇੱਕ ਦੀ ਕੀਮਤ ਹੈਗੀ ਹੈ 2000 ਅਤੇ 10 ਦੀ ਕੀਮਤ ਕਿੰਨੀ ਬਣੀ? 20000। ਹੁਣ ਟੋਟਲ ਕੀਮਤ ਆ ਜਿਹੜੀ ਬਣੀ ਹੈ 47200। ਇਹ ਪਰਸਨ ਨੇ ਅਸਲ ਦੇ ਵਿੱਚ ਇੰਨੇ ਰੇਟ ਦਾ ਸਮਾਨ ਜਿਹੜਾ ਉਹ ਖਰੀਦਿਆ। ਹੁਣ ਇਸ ਤੋਂ ਬਾਅਦ ਲੱਗੇਗਾ GST। ਜਦੋਂ ਵੀ ਕੋਈ ਸਮਾਨ ਖਰੀਦਿਆ ਜਾਂਦਾ ਉਹਦੇ ਉੱਪਰ GST ਦੀ ਕੈਲਕੂਲੇਸ਼ਨ ਜ਼ਰੂਰ ਹੋਏਗੀ। ਹੁਣ GST ਕਿਸ ਵੈਲਿਊ 'ਤੇ ਲੱਗਣਾ? ਜੋ ਸਾਡੇ ਕੋਲੇ 47200 ਵੈਲਿਊ ਆ। ਠੀਕ ਹੈ। ਉਹਦੇ ਉੱਪਰ ਅਸੀਂ ਕੈਲਕੂਲੇਟ ਕਰਦੇ ਹਾਂ 47200 ਦੀ ਵੈਲਿਊ ਜੋ। ਠੀਕ ਹੈ। ਉਹਦੇ 'ਤੇ ਲੱਗੇਗਾ 6% ਲੱਗਣ ਤੋਂ ਬਾਅਦ ਵੈਲਿਊ ਸਾਡੇ ਕੋਲੇ 2832 ਜਿਹੜੀ ਬਣ ਜਾਏਗੀ। ਸੇਮ ਵੈਲਿਊ ਦੋਨਾਂ ਦੇ ਵਿੱਚ ਆਏਗੀ ਔਰ ਉਹ ਵੈਲਿਊ ਜਿਹੜੀ ਉਹ ਪ੍ਰਾਈਸ ਦੇ ਵਿੱਚ ਸ਼ਾਮਿਲ ਹੋਏਗੀ। ਯਾਨੀ ਕਿ ਜੇ ਹੁਣ ਕਸਟਮਰ ਨੇ ਪੈਸੇ ਦੇਣੇ ਆ, ਠੀਕ ਹੈ, ਪੇ ਕਰਨੇ ਆ, ਤਾਂ GST ਪੇ ਕਰਨ ਨਾਲ ਹੀ ਪੇ ਕਰੂਗਾ। ਠੀਕ ਹੈ। ਯਾਨੀ ਕਿ ਟੋਟਲ ਹੁਣ ਪੈਸੇ ਕਿੰਨੇ ਦੇਣੇ ਪੈਣਗੇ? 52864। ਠੀਕ ਹੈ।
ਤਾਂ ਇਹ ਜਿਹੜੇ ਕੈਸ਼ ਮੈਮੋ ਦੇ ਵਿੱਚ ਪ੍ਰੋਪਰ ਡਿਟੇਲ ਦੇ ਵਿੱਚ ਇਸ ਤਰੀਕੇ ਨਾਲ ਹੀ ਲਿਖਿਆ ਜਾਂਦਾ ਹੈ। ਨੈਕਸਟ ਹੈ ਸਾਡੇ ਕੋਲੇ ਇਨਵੋਇਸ। ਇਨਵੋਇਸ ਬਿੱਲ ਹੁੰਦਾ ਹੈ, ਠੀਕ ਹੈ। ਇਹ ਇੱਕ ਤਰ੍ਹਾਂ ਦਾ ਉਧਾਰੀ ਦਾ ਬਿੱਲ ਹੁੰਦਾ ਹੈ। ਇਨਵੋਇਸ ਦੇ ਵਿੱਚ ਜਿਵੇਂ ਕੈਸ਼ ਮੈਮੋ ਤਾਂ ਖੜੇ ਖੜੇ ਸੇਲ ਹੋਣ ਦੇ ਬਾਅਦ ਇੱਕ ਜਿਹੜਾ ਪਰਸਨ ਹੋਏਗਾ ਉਹਨੂੰ ਪ੍ਰਪੇਅਰ ਕਰਕੇ ਦਿੱਤਾ ਜਾਂਦਾ, ਬਟ ਜਿਹੜਾ ਕੈਸ਼ ਮੈਮੋ ਆ ਇਹ ਜਿਹੜਾ ਇਨਵੋਇਸ ਬਿੱਲ ਆ ਇਹਦੇ ਵਿੱਚ ਕੀ ਹੁੰਦਾ ਕਿ ਇਹਦੇ ਵਿੱਚ ਪਰਸਨ ਨੂੰ ਜਦੋਂ ਸੇਲ ਕੋਈ ਪਰਸਨ ਜਿਹੜਾ ਸੇਲ ਖਰੀਦ ਰਿਹਾ ਜਾਂ ਪਰਚੇਜ਼ ਕਰ ਰਿਹਾ ਉਧਾਰ 'ਤੇ ਕਰ ਰਿਹਾ, ਕ੍ਰੈਡਿਟ 'ਤੇ ਕਰ ਰਿਹਾ, ਉਸ ਟਾਈਮ 'ਤੇ ਉਹਨੂੰ ਇਨਵੋਇਸ ਬਿੱਲ ਆ ਜਿਹੜਾ ਉਹ ਪ੍ਰਪੇਅਰ ਕਰਕੇ ਦਿੱਤਾ ਜਾਂਦਾ। ਇਹਨੂੰ ਬੀਜਕ ਬਿੱਲ ਵੀ ਬੋਲਦੇ ਆ, ਠੀਕ ਹੈ, ਪੰਜਾਬੀ ਦੇ ਵਿੱਚ। ਤਾਂ ਦੇਖੋ ਇਨਵੋਇਸ ਔਰ ਬਿੱਲ ਆਰ ਯੂਜ਼ਡ ਫॉर ਕ੍ਰੈਡਿਟ ਪਰਚੇਜ਼ ਐਂਡ ਕ੍ਰੈਡਿਟ ਸੇਲਸ। ਕ੍ਰੈਡਿਟ ਸੇਲ ਔਰ ਕ੍ਰੈਡਿਟ ਪਰਚੇਜ਼ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ ਹੈ, ਜਿਹਦੇ ਵਿੱਚ ਠੀਕ ਹੈ ਇਹ ਪਰਸਨ ਦੁਆਰਾ ਪ੍ਰਪੇਅਰ ਕੀਤਾ ਜਾਂਦਾ ਹੈ। ਪਰਸਨ ਦੱਸਦਾ ਹੈ ਕਿ ਬਿੱਲ ਦੇ ਵਿੱਚ ਕਿਹੜੀ ਕਿਹੜੀ ਅਮਾਊਂਟ ਆਉਣੀ ਹੈ, ਕਿਹੜੀ ਤਰੀਕ ਆਉਣੀ ਹੈ, ਕਿਹੜੀ ਚੀਜ਼ਾਂ ਜਿਹੜੀਆਂ ਭੇਜੀਆਂ ਗਈਆਂ ਸੇਲ ਕਰਨ ਦੇ ਟਾਈਮ, ਠੀਕ ਹੈ। ਇੱਕ ਪ੍ਰੋਪਰ ਇਨਫੋਰਮੇਸ਼ਨ ਹੈ ਜਿਹੜੀ ਉਹ ਗਿਵਨ ਕੀਤੀ ਜਾਂਦੀ ਹੈ ਇੱਕ ਇਨਵੋਇਸ ਦੇ ਵਿੱਚ। ਜਿਹੜੀਆਂ ਵੈਲਿਊਜ਼ ਸੇਲ ਹੋਈਆਂ, ਕਿਹੜੀ ਤਰੀਕ ਨੂੰ ਸੇਲ ਹੋਈਆਂ ਔਰ ਪੇਮੈਂਟ ਮਿਲਣ ਦੀ ਕਿਹੜੀ ਤਰੀਕ ਦੀ ਗੱਲ ਹੋਈ ਹੈ, ਕਿਹੜੀ ਤਰੀਕ ਨੂੰ ਪੇਮੈਂਟ ਮਿਲਣੀ ਹੈ, ਸਾਰਾ ਕੁਝ ਲਿਖਿਆ ਜਾਂਦਾ ਇਨਵੋਇਸ ਬਿੱਲ ਦੇ ਵਿੱਚ, ਠੀਕ ਹੈ। ਹੁਣ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਨੂੰ ਇੱਧਰ ਬਿੱਲ ਦਾ ਪੂਰਾ ਡਿਸਕ੍ਰਿਪਸ਼ਨ ਦਿੱਤਾ ਹੋਇਆ, ਪ੍ਰੋਪਰ ਦੱਸਿਆ ਹੋਇਆ ਕਿ ਕਿਵੇਂ ਕਿਵੇਂ ਇਨਵੋਇਸ ਬਿੱਲ ਆ ਜਿਹੜਾ ਉਹ ਪ੍ਰਪੇਅਰ ਕੀਤਾ ਜਾਊਗਾ, ਉਧਾਰ 'ਤੇ ਖਰੀਦਿਆ ਜਾਂਦਾ, ਠੀਕ ਹੈ। ਤਾਂ ਇਹ ਸਾਰੀ ਡਿਟੇਲ ਇਨਫੋਰਮੇਸ਼ਨ ਹੈ ਜਿਹੜੀ ਉਹ ਇਨਵੋਇਸ ਬਿੱਲ ਦੀ ਹੈ, ਜਿਹਦੇ ਵਿੱਚ ਪ੍ਰੋਪਰ ਇੱਕ ਇੱਕ ਚੀਜ਼ ਟੈਲੀਫੋਨ, ਈਮੇਲ, ਠੀਕ ਹੈ, ਪੈਨ ਕਾਰਡ ਨੰਬਰ, ਪੈਨ ਨੰਬਰ, ਠੀਕ ਹੈ, ਜਾਂ ਕੰਪਨੀ ਦਾ ਨੇਮ, ਠੀਕ ਹੈ, ਜਾਂ ਜਿਹੜਾ ਉਹਨਾਂ ਦਾ GSTIN ਨੰਬਰ ਆ, ਠੀਕ ਹੈ। ਨੈਕਸਟ ਹੈ ਸਾਡੇ ਕੋਲ ਸਾਰੀ ਡਿਟੇਲ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਗੱਲ ਹੋ ਰਹੀ ਹੈ, ਜਿਵੇਂ ਇੱਥੇ ਗੱਲ ਹੋ ਰਹੀ ਹੈ ਡਰਾਈ ਫਰੂਟਸ ਦੀ, ਠੀਕ ਹੈ। ਡਰਾਈ ਫਰੂਟਸ ਅਤੇ ਬਾਕੀ ਜਿਹੜੇ ਚੀਜ਼ਾਂ ਨੇ ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਗਿਵਨ ਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਇੱਥੇ ਪਰਚੇਜ਼ ਹੋਈਆਂ। ਡਰਾਈ ਡੇਟਸ ਜਿਹੜੇ ਕਟਿੰਗ ਸੀ ਉਹ ਪਰਚੇਜ਼ ਹੋਈਆਂ, ਕਿੰਨੀ ਕਿੰਨੀ ਕੁਆਂਟਿਟੀ ਆ, ਕਿੰਨਾ ਰੇਟ ਸੀਗਾ, ਟੋਟਲ ਅਮਾਊਂਟ ਕਿੰਨੀ ਬਣੀ ਆ, GST ਲਗਾਇਆ, ਠੀਕ ਹੈ। ਟੋਟਲ ਹਰ ਇੱਕ ਚੀਜ਼ ਜਿਹੜੀ ਉੱਥੇ ਗਿਵਨ ਆ ਵੀ ਕਿੰਨੀ ਪਰਸੈਂਟੇਜ ਬਣੀ ਹੈ ਜਾਂ ਕਿੰਨੀ ਨਹੀਂ। ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਕੀ ਦੱਸ ਰਹੀਆਂ ਕਿ ਇੱਕ ਪਰਸਨ ਨੇ ਸੇਲ ਕੀਤੀ ਆ, ਕਾਹਦੇ 'ਤੇ ਕੀਤੀ ਹੈ, ਕ੍ਰੈਡਿਟ 'ਤੇ ਕੀਤੀ ਹੈ, ਔਰ ਉਹ ਕ੍ਰੈਡਿਟ ਸੇਲ ਕਰਨ 'ਤੇ ਉਹਨੂੰ ਆਹ ਵਾਲਾ ਇਨਵੋਇਸ ਬਿੱਲ ਹੈ ਜਿਹੜਾ ਪ੍ਰਪੇਅਰ ਕਰਕੇ ਦਿੱਤਾ ਜਾਏਗਾ ਇੱਕ ਸੈਲਰ ਦੁਆਰਾ, ਜਿਹੜਾ ਪਰਸਨ ਸੇਲ ਕਰੇਗਾ। ਨੈਕਸਟ ਹੈ ਸਾਡੇ ਕੋਲੇ ਰਿਸਿਪਟ। ਰਿਸਿਪਟ ਹੁੰਦੀ ਹੈ ਇੱਕ ਤਰ੍ਹਾਂ ਦੀ ਸਾਡੇ ਕੋਲੇ ਵਾਪਸੀ ਲੈਟਰ, ਕਿ ਜਦੋਂ ਕਿਸੇ ਪਰਸਨ ਨੂੰ ਅਸੀਂ ਸਮਾਨ ਵਗੈਰਾ ਸੇਲ ਕਰਦੇ ਹਾਂ, ਠੀਕ ਹੈ, ਕਿਸੇ ਪਰਸਨ ਨੂੰ ਅਸੀਂ ਕੋਈ ਮਟੀਰੀਅਲ ਸੇਲ ਕੀਤਾ ਹੈ ਤਾਂ ਬਾਅਦ ਦੇ ਵਿੱਚ ਸਾਨੂੰ ਇੱਕ ਰਸੀਦ ਪ੍ਰਦਾਨ ਕਰਦਾ ਹੈ, ਠੀਕ ਹੈ। ਇੱਕ ਰਸੀਦ ਹੁੰਦੀ ਹੈ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਅਸੀਂ ਤੁਹਾਡਾ ਸਮਾਨ ਜਿਹੜਾ ਉਹ ਪ੍ਰਾਪਤ ਕਰ ਲਿਆ, ਠੀਕ ਹੈ। ਇਸ ਰਿਸਿਪਟ ਦੇ ਵਿੱਚ ਇੱਕ ਪਰਸਨ ਆ ਜਿਹੜਾ ਉਹ ਸਾਹਮਣੇ ਵਾਲੇ ਦਾ ਥੈਂਕਸ ਕਰਦਾ ਹੈ ਕਿ ਤੁਸੀਂ ਮੈਨੂੰ ਸਮਾਨ ਸੇਲ ਕੀਤਾ, ਵੀ ਇੰਨਾ ਸਮਾਨ ਸੇਲ ਕੀਤਾ, ਠੀਕ ਹੈ। ਤਾਂ ਉਹਦੇ ਬਦਲੇ ਵਿੱਚ ਜਦੋਂ ਪੇਮੈਂਟ ਮਿਲਦੀ ਹੈ ਤਾਂ ਜਿਹੜਾ ਸੈਲਰ ਹੁੰਦਾ ਉਹਦੇ ਦੁਆਰਾ ਇੱਕ ਰਿਸਿਪਟ ਤਿਆਰ ਕੀਤੀ ਜਾਂਦੀ ਹੈ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਤੋਂ ਇੰਨਾ ਮਟੀਰੀਅਲ ਹੈ ਜਿਹੜਾ ਉਹ ਪਰਚੇਜ਼ ਕੀਤਾ। ਰਿਸਿਪਟਸ ਆਰ ਇਸ਼ੂਡ ਔਰ ਰਿਸੀਵ ਇਨ ਕੇਸ ਆਫ ਟ੍ਰਾਂਜੈਕਸ਼ਨ ਇਨਵੋਲਵਿੰਗ ਕੈਸ਼ ਅਦਰ ਦੈਨ ਦੋਜ਼ ਕੰਸਰਨ ਵਿਦ ਕੈਸ਼ ਸੇਲ, ਕੈਸ਼ ਪਰਚੇਜ਼। ਇਹ ਉਦੋਂ ਕੀਤੀ ਜਾਂਦੀ ਹੈ ਜਦੋਂ ਕੋਈ ਕੈਸ਼ ਦੇ ਨਾਲ ਸੇਲ ਹੁੰਦੀ ਆ ਜਾਂ ਕੈਸ਼ ਦੇ ਨਾਲ ਪਰਚੇਜ਼ ਹੁੰਦੀ ਆ। ਇਹ ਸਾਰੀਆਂ ਅਮਾਊਂਟਸ ਆ ਕਿ ਇੰਡੀਕੇਟ ਕਰਦੀਆਂ ਸਾਨੂੰ, ਜਿਹਦੇ ਵਿੱਚ ਤਰੀਕ ਵਗੈਰਾ ਤਾਂ ਪ੍ਰੋਪਰਲੀ ਲਿਖੀਆਂ ਹੁੰਦੀਆਂ। ਇਹ ਦੱਸਦੀ ਹੈ ਕਿ ਇੱਕ ਪਰਸਨ ਜਿਹੜਾ ਉਹ ਪੇ ਕਰ ਰਿਹਾ ਅਤੇ ਦੂਸਰਾ ਪਰਸਨ ਜਿਹੜਾ ਉਹ ਪੇਮੈਂਟ ਰਿਸੀਵ ਕਰ ਰਿਹਾ। ਤਾਂ ਕਹਿ ਸਕਦੇ ਹਾਂ ਕਿ ਇੱਕ ਥੈਂਕ ਯੂ ਲੈਟਰ ਹੁੰਦਾ ਅਮਾਊਂਟਸ ਨੂੰ ਰਿਸੀਵ ਕਰਨ ਦਾ ਇੱਕ ਪਰਸਨ ਦੁਆਰਾ, ਜਿਹਦੇ ਵਿੱਚ ਪ੍ਰੋਪਰ ਇਨਫੋਰਮੇਸ਼ਨ ਲਿਖੀ ਹੁੰਦੀ ਹੈ, ਡਿਟੇਲ ਵਗੈਰਾ ਕਿ ਤੁਸੀਂ ਇੰਨੀ ਤਰੀਕ ਨੂੰ ਸਾਨੂੰ ਸਮਾਨ ਵਗੈਰਾ ਜਿਹੜਾ ਸੈਂਡ ਕੀਤਾ ਸੀ ਔਰ ਮੈਂ ਇਸ ਤਰੀਕ ਨੂੰ ਇੰਨੀ ਪੇਮੈਂਟ ਕਰੀ ਸੀ, ਠੀਕ ਹੈ। ਨੈਕਸਟ ਹੁੰਦਾ ਸਾਡੇ ਕੋਲ ਡੈਬਿਟ ਨੋਟ। ਡੈਬਿਟ ਨੋਟ ਹੁੰਦਾ ਕਿ ਜਦੋਂ ਗੁੱਡਸ ਆ ਜਿਹੜੀਆਂ ਰਿਟਰਨ ਕੀਤੀਆਂ ਜਾਂਦੀਆਂ ਸਪਲਾਇਰ ਨੂੰ ਗੁੱਡਸ ਵਾਪਸ ਹੋ ਜਾਂਦੀਆਂ। ਵੀ ਕਈ ਵਾਰੀ ਕੋਈ ਪਰਸਨ ਆ ਜਿਹੜਾ ਉਹਦੀ ਇੱਛਾ ਪੂਰੀ ਨਹੀਂ ਹੁੰਦੀ, ਵੀ ਜਿਹੜਾ ਸਮਾਨ ਉਹਨੇ ਮੰਗਿਆ ਸੀਗਾ ਉਹ ਸਮਾਨ ਨਹੀਂ ਮਿਲਦਾ, ਕੋਈ ਹੋਰ ਸਮਾਨ ਮਿਲ ਜਾਂਦਾ, ਕੁਆਲਿਟੀ ਚੇਂਜ ਹੋ ਜਾਂਦੀ ਹੈ। ਯਾਨੀ ਕਿ ਇਹ ਕਹਿ ਸਕਦੇ ਹਾਂ ਕਿ ਸੇਲ ਕੀਤਾ ਸਮਾਨ ਜਦੋਂ ਵਾਪਸ ਆ ਜਾਂਦਾ ਉਦੋਂ ਡੈਬਿਟ ਨੋਟ ਨਾਲ ਭੇਜਿਆ ਜਾਂਦਾ। ਵੈਨ ਗੁੱਡਸ ਆਰ ਰਿਟਰਨ ਟੂ ਦਾ ਸਪਲਾਇਰ, ਜਿਹੜਾ ਸੈਲਰ ਹੁੰਦਾ ਉਹਨੂੰ ਗੁੱਡਸ ਵਾਪਸ ਆ ਜਾਂਦੀ ਹੈ ਤਾਂ ਉਹ ਗੁੱਡਸ ਵਾਪਸ ਕਰਨ ਦੇ ਟਾਈਮ ਇੱਕ ਜਿਹੜਾ ਪਰਚੇਜ਼ਰ ਹੁੰਦਾ, ਖਰੀਦਦਾਰ ਹੁੰਦਾ, ਉਹ ਡੈਬਿਟ ਨੋਟ ਭੇਜਦਾ ਹੈ, ਠੀਕ ਹੈ। ਡੈਬਿਟ ਨੋਟ ਦੇ ਵਿੱਚ ਇਨਫੋਰਮੇਸ਼ਨ ਦੱਸੀ ਹੁੰਦੀ ਹੈ ਕਿ ਕੀ ਰੀਜ਼ਨ ਸੀਗਾ ਕਿ ਉਹਨਾਂ ਨੇ ਇਹ ਗੁੱਡਸ ਜਿਹੜੀਆਂ ਵਾਪਸ ਕੀਤੀਆਂ, ਕਾਹਦੇ ਕਰਕੇ ਉਹਨਾਂ ਨੂੰ ਗੁੱਡਸ ਪਸੰਦ ਨਹੀਂ ਆਈਆਂ, ਸਾਰੇ ਉੱਥੇ ਡਿਟੇਲ ਲਿਖਿਆ ਹੁੰਦਾ ਵੀ ਸਾਨੂੰ ਕੁਆਲਿਟੀ ਨਹੀਂ ਪਸੰਦ ਆਈ, ਸਾਨੂੰ ਇਹ ਸਮਾਨ ਵਧੀਆ ਨਹੀਂ ਲੱਗਿਆ, ਜੋ ਵੀ ਆ, ਜਾਂ ਕਿੰਨਾ ਅਸੀਂ ਸਮਾਨ ਵਾਪਸ ਕਰਨ ਲੱਗੇ ਹਾਂ, ਵੀ ਅਸੀਂ ਇੰਨਾ ਖਰੀਦਿਆ ਸੀਗਾ ਜਿਹਦੇ ਵਿੱਚੋਂ ਸਾਨੂੰ ਇੰਨਾ ਕੁ ਘੱਟ ਪਸੰਦ ਆਇਆ ਉਹ ਅਸੀਂ ਵਾਪਸ ਕਰਨ ਲੱਗੇ ਹਾਂ। ਉਹ ਸਾਰੀਆਂ ਚੀਜ਼ਾਂ ਦੱਸ ਦਿੰਦੇ ਆ ਵੀ ਅਸੀਂ ਇੰਨਾ ਸਮਾਨ ਜਿਹੜਾ ਵਾਪਸ ਕਰਨ ਲੱਗੇ ਹਾਂ।
ਉਹਦੀ ਟੋਟਲ ਵੈਲਿਊ, ਉਹਦਾ GST ਦਾ ਰੇਟ, ਹਰ ਇੱਕ ਚੀਜ਼ ਬਣਾ ਕੇ ਉੱਥੇ ਕਲੀਅਰਲੀ ਦੱਸਦੇ ਆ ਕਿ ਅਸਲ ਵੈਲਿਊ ਕਿੰਨੀ ਬਣੀ ਹੈ ਡੈਬਿਟ ਨੋਟ ਦੀ। ਨੈਕਸਟ ਹੈ ਸਾਡੇ ਕੋਲ ਕ੍ਰੈਡਿਟ ਨੋਟ। ਕ੍ਰੈਡਿਟ ਨੋਟ ਉਦੋਂ ਲਿਆ ਜਾਂਦਾ ਹੈ, ਠੀਕ ਹੈ, ਜਦੋਂ ਗੁੱਡਸ ਜਿਹੜੀਆਂ ਕਸਟਮਰ ਤੋਂ ਲਈਆਂ ਜਾਂਦੀਆਂ, ਠੀਕ ਹੈ। ਹੁਣ ਜਦੋਂ ਵਾਪਸ ਲੈ ਲਈਆਂ ਜਾਂਦੀਆਂ ਕਸਟਮਰ ਤੋਂ ਗੁੱਡਸ, ਉਦੋਂ ਇਹ ਕ੍ਰੈਡਿਟ ਨੋਟ ਲਿਖਿਆ ਜਾਂਦਾ, ਜਿਹਦੇ ਵਿੱਚ ਕਸਟਮਰ ਦਾ ਨੇਮ ਜਿਹੜਾ ਲਿਖਿਆ ਜਾਂਦਾ, ਠੀਕ ਹੈ। ਇੱਕ ਕਾਪੀ ਕਸਟਮਰ ਨੂੰ ਭੇਜੀ ਜਾਂਦੀ ਹੈ ਅਤੇ ਇੱਕ ਆਪਦੇ ਕੋਲ ਰੱਖੀ ਜਾਂਦੀ ਹੈ, ਜਿਹਨੂੰ ਅਸੀਂ ਸੇਲ ਰਿਟਰਨ ਬੁੱਕ ਦੇ ਵਿੱਚ ਵੀ ਬਣਾ ਕੇ ਰੱਖਦੇ ਹਾਂ। ਡੈਬਿਟ ਨੋਟ ਤਾਂ ਹੁਣ ਜਦੋਂ ਗੁੱਡਸ ਸਪਲਾਇਰ ਨੂੰ ਵਾਪਸ ਕਰਨੀ ਆ ਤਾਂ ਉਦੋਂ ਭੇਜੀਆਂ ਜਾਂਦੀਆਂ। ਹੁਣ ਇਹਦੇ ਵਿੱਚ ਇਹ ਆ ਕਿ ਕ੍ਰੈਡਿਟ ਨੋਟ ਕਸਟਮਰ ਜਦੋਂ ਗੁੱਡਸ ਵਾਪਸ ਕਰਦਾ ਉਦੋਂ ਭੇਜਿਆ ਜਾਂਦਾ ਹੈ, ਠੀਕ ਹੈ। ਸਿੰਪਲ ਵਰਡਸ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੀ ਰਸੀਦ ਹੁੰਦੀ ਹੈ ਕ੍ਰੈਡਿਟ ਨੋਟ, ਜਿਹਦੇ ਵਿੱਚ ਰਿਟਰਨ ਦੀ ਦੱਸੀ ਹੁੰਦੀ ਹੈ ਰੀਜ਼ਨ ਕਿ ਕਿਸ ਕਰਕੇ ਕਸਟਮਰ ਨੇ ਵੈਲਿਊਜ਼ ਸਾਨੂੰ ਵਾਪਸ ਕਰਤੀਆਂ, ਕਿਹੜੇ ਅਕਾਊਂਟਸ ਦੇ ਦੁਆਰਾ ਅਸੀਂ ਉਹਨਾਂ ਨੂੰ ਪੈਸੇ ਭੇਜਣੇ ਆ, ਕਿਹੜੀਆਂ ਗੁੱਡਸ, ਕਿੰਨੀਆਂ ਮਾਤਰਾ ਦੀਆਂ ਗੁੱਡਸ ਵਾਪਸ ਆਈਆਂ, ਹਰ ਇੱਕ ਚੀਜ਼ ਦੱਸੀ ਜਾਂਦੀ ਹੈ। ਤਾਂ ਪਰਸਨ ਨੂੰ ਫਿਰ ਉਹਦੀ ਪੇਮੈਂਟ ਆ ਜਿਹੜੀ ਉਹ ਭੇਜ ਦਿੱਤੀ ਜਾਂਦੀ ਹੈ। ਇਹ ਇੱਕ ਤਰ੍ਹਾਂ ਦਾ ਸਾਨੂੰ ਕ੍ਰੈਡਿਟ ਨੋਟ ਪ੍ਰਪੇਅਰ ਕਰਕੇ ਦੱਸਿਆ ਹੋਇਆ ਵੀ ਇਸ ਤਰ੍ਹਾਂ ਦਾ ਕ੍ਰੈਡਿਟ ਨੋਟ ਆ ਜਿਹੜਾ ਉਹ ਕਿਸੇ ਵੀ ਕੰਪਨੀ ਦੇ ਵਿੱਚ ਪ੍ਰਪੇਅਰ ਕੀਤਾ ਜਾਊਗਾ ਜਦੋਂ ਗੁੱਡਸ ਜਿਹੜੀਆਂ ਕਸਟਮਰ ਵਾਪਸ ਕਰ ਦੇਗਾ, ਕਿੰਨੀਆਂ ਗੁੱਡਸ ਨੇ ਉਹ ਲਿਖੀਆਂ ਜਾਂਦੀਆਂ, ਠੀਕ ਹੈ। ਫਿਰ ਉਹਦੇ ਉੱਪਰ IGST ਦਾ ਜਿਹੜਾ ਟੈਕਸ ਹੋਊਗਾ ਜਾਂ GST ਦਾ ਜੋ ਵੀ ਟੈਕਸ ਹੋਏਗਾ ਉਹ ਲਿਖਿਆ ਜਾਂਦਾ। ਅਗਰ ਇੰਟਰਸਟੇਟ ਦੀ ਗੱਲ ਆ ਜਾਂ ਇੰਟਰਸਟੇਟ ਦੀ ਗੱਲ ਆ, ਫਿਰ ਉਸ ਹਿਸਾਬ ਨਾਲ GST ਦੀ ਕੈਲਕੂਲੇਸ਼ਨ ਕੀਤੀ ਜਾਏਗੀ। ਸੋ ਅਗਰ ਕਿਸੇ ਵੀ ਪਰਸਨ ਨੂੰ ਕੋਈ ਡਾਊਟ ਹੈ ਜਾਂ ਕਿਸੇ ਵੀ ਸਟੂਡੈਂਟ ਨੂੰ ਕੋਈ ਪੁਆਇੰਟ ਨਹੀਂ ਸਮਝ ਆਇਆ, ਥੋੜ੍ਹੀ ਜਿਹੀ ਹੋਰ ਐਕਸਪਲੇਨੇਸ਼ਨ ਚਾਹੀਦੀ ਹੈ ਕਿਸੇ ਪੁਆਇੰਟ ਦੇ ਲਈ, ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।